ਇਹ ਦੁਨੀਆ ਡਰਦੀ ਹੈ ਟਾਈਮ ਤੋਂ, ਪਰ ਟਾਈਮ ਵੀ ਡਰਦਾ ਹੈ ਗੀਜ਼ਾ ਦੇ ਪਿਰਾਮਿਡ ਤੋਂ। ਗੀਜ਼ਾ ਦੇ ਪਿਰਾਮਿਡ ਸਮੇਂ ਨੂੰ ਮਾਤ ਦਿੰਦੇ ਹੋਏ ਅੱਜ ਵੀ ਆਪਣੀ ਜਗ੍ਹਾ ਤੇ ਡਟੇ ਹੋਏ ਨੇ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਉਮੀਦ ਹੈ ਤੁਸੀਂ ਬਿਲਕੁਲ ਠੀਕ ਹੋ। ਗੀਜ਼ਾ ਦੇ ਪਿਰਾਮਿਡ ਪੂਰੀ ਦੁਨੀਆ ਵਿੱਚ ਮਸ਼ਹੂਰ ਨੇ, ਪਰ ਕਿਉਂ? ਅੱਜ ਆਪਾਂ ਜਾਣਾਂਗੇ ਇਸ ਵੀਡੀਓ ਦੇ ਵਿੱਚ। ਨਾਲ ਹੀ ਦੇਖਾਂਗੇ ਪਿਰਾਮਿਡ ਕਿਉਂ ਅਤੇ ਕਿਵੇਂ ਬਣਾਏ ਗਏ ਸੀ। ਵੀਡੀਓ ਦੇ ਅੰਤ ਵਿੱਚ ਇਸ ਤੇ ਗੱਲ ਕਰਾਂਗੇ ਕਿ ਅੱਜ ਦੇ ਟਾਈਮ ਵਿੱਚ ਇੰਨੀ ਐਡਵਾਂਸ ਟੈਕਨੋਲੋਜੀ ਦੇ ਹੁੰਦੇ ਹੋਇਆਂ ਵੀ ਕੀ ਅਸੀਂ ਅੱਜ ਇਹੋ ਜਿਹੇ ਪਿਰਾਮਿਡ ਬਣਾ ਸਕਦੇ ਹਾਂ? ਆਈਏ ਜਾਣਦੇ ਹਾਂ ਇਸ ਵੀਡੀਓ ਦੇ ਵਿੱਚ। ਵੈਸੇ ਤਾਂ ਸਾਡੀ ਦੁਨੀਆ ਬੜੀ ਹੀ ਸਿੰਪਲ ਹੈ, ਪਰ ਜਦੋਂ ਅਸੀਂ ਇਤਿਹਾਸ ਤੇ ਥੋੜਾ ਜਿਹਾ ਵੀ ਗੌਰ ਕਰਦੇ ਹਾਂ ਤਾਂ ਇਹ ਸਾਨੂੰ ਸੋਚਣ ਤੇ ਮਜਬੂਰ ਕਰ ਦਿੰਦਾ ਹੈ। ਸਾਡੇ ਦਿਮਾਗ ਵਿੱਚ ਸਵਾਲ ਉੱਠਣੇ ਸ਼ੁਰੂ ਹੋ ਜਾਂਦੇ ਨੇ ਕਿ ਇਨਸਾਨ, ਜਾਨਵਰ ਜਾਂ ਇਹ ਦੁਨੀਆ ਕਿਵੇਂ ਬਣੀ? ਕੀ ਦੁਨੀਆ ਵਿੱਚ ਰੱਬ ਨਾਮ ਦੀ ਵੀ ਕੋਈ ਚੀਜ਼ ਹੈ? ਜੇ ਦੁਨੀਆ ਇੱਕ ਹੀ ਰੱਬ ਨੇ ਬਣਾਈ ਹੈ ਤਾਂ ਇਸ ਦੁਨੀਆ ਦੇ ਹਰ ਕੋਨੇ ਵਿੱਚ ਅਲੱਗ-ਅਲੱਗ ਧਰਮ ਕਿਉਂ ਪਾਏ ਜਾਂਦੇ ਨੇ? ਖੈਰ, ਇਸ ਸਵਾਲ ਦਾ ਜਵਾਬ ਤਾਂ ਅੱਜ ਤੱਕ ਇਨਸਾਨ ਨਹੀਂ ਖੋਜ ਪਾਇਆ ਹੈ। ਇਜਿਪਟ ਦੇ ਗੀਜ਼ਾ ਸ਼ਹਿਰ ਵਿੱਚ ਨੀਲ ਨਦੀ ਦੇ ਪੱਛਮ ਵਿੱਚ ਲਗਭਗ 9 ਕਿਲੋਮੀਟਰ ਦੂਰ ਸਥਿਤ 3 ਪਿਰਾਮਿਡ ਹਨ। ਦੀ ਪਿਰਾਮਿਡ ਆਫ ਮੈਨਕੌਰੀ, ਦੀ ਪਿਰਾਮਿਡ ਆਫ ਖਾਫਰੀ, ਦੀ ਗ੍ਰੇਟ ਪਿਰਾਮਿਡ ਆਫ ਗੀਜ਼ਾ। ਇਹਨਾਂ ਤਿੰਨਾਂ ਵਿੱਚੋਂ ਦੀ ਗ੍ਰੇਟ ਪਿਰਾਮਿਡ ਸਭ ਤੋਂ ਵੱਡਾ ਅਤੇ ਪੁਰਾਣਾ ਹੈ। ਇਸ ਨੂੰ ਖੂਫੂ ਦਾ ਪਿਰਾਮਿਡ ਵੀ ਕਿਹਾ ਜਾਂਦਾ ਹੈ। ਇਹ ਇਸ ਲਈ ਹੈ ਕਿਉਂਕਿ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਹ ਖੂਫੂ ਦਾ ਮਕਬਰਾ ਹੈ। ਸਾਡਾ ਪਹਿਲਾ ਸਵਾਲ ਹੈ ਕਿ ਇਹ ਪਿਰਾਮਿਡ ਕਿਉਂ ਬਣਾਏ ਗਏ ਸੀ? ਇਸ ਸਵਾਲ ਦਾ ਸਟੀਕ ਉੱਤਰ ਤਾਂ ਅੱਜ ਤੱਕ ਕਿਸੇ ਨੂੰ ਵੀ ਨਹੀਂ ਪਤਾ ਹੈ, ਪਰ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਹ ਪਿਰਾਮਿਡ ਉਸ ਸਮੇਂ ਦੇ ਰਾਜੇ ਰਾਣੀਆਂ ਦੇ ਮਕਬਰੇ ਹਨ, ਜਿਨ੍ਹਾਂ ਨੂੰ ਮੰਮੀ ਬਣਾ ਕੇ ਇਹਨਾਂ ਪਿਰਾਮਿਡ ਵਿੱਚ ਰੱਖਿਆ ਜਾਂਦਾ ਸੀ। ਮੰਮੀ ਇੱਕ ਪ੍ਰੋਸੈਸ ਹੈ ਜਿਸ ਨੂੰ ਮੰਮੀਫਿਕੇਸ਼ਨ ਕਿਹਾ ਜਾਂਦਾ ਹੈ। ਉਸ ਟਾਈਮ ਦੇ ਲੋਕਾਂ ਦਾ ਮੰਨਣਾ ਸੀ ਕਿ ਇਨਸਾਨ ਦੇ ਮਰਨ ਤੋਂ ਬਾਅਦ ਵੀ ਉਹਨਾਂ ਦੀ ਯਾਤਰਾ ਖਤਮ ਨਹੀਂ ਹੁੰਦੀ, ਜਿਸ ਦੇ ਕਾਰਨ ਉਹ ਮਰੇ ਹੋਏ ਇਨਸਾਨ ਦੀ ਬਾਡੀ ਨੂੰ ਲੰਬੇ ਸਮੇਂ ਤੱਕ ਸੁਰੱਖਿਅਤ ਰੱਖਣ ਲਈ ਇਹ ਪ੍ਰਕਿਰਿਆ ਕਰਿਆ ਕਰਦੇ ਸਨ। ਦੀ ਗ੍ਰੇਟ ਪਿਰਾਮਿਡ ਖੂਫੂ ਦਾ ਮਕਬਰਾ ਮੰਨਿਆ ਜਾਂਦਾ ਹੈ, ਪਰ ਇਸ ਦਾ ਅੱਜ ਤੱਕ ਕੋਈ ਪੱਕਾ ਸਬੂਤ ਨਹੀਂ ਮਿਲਿਆ ਹੈ, ਕਿਉਂਕਿ ਇਜਿਪਟ ਵਿੱਚ ਪਾਏ ਜਾਣ ਵਾਲੇ ਕਿਸੇ ਵੀ ਪਿਰਾਮਿਡ ਵਿੱਚ ਕੋਈ ਵੀ ਮੰਮੀ ਨਹੀਂ ਪਾਈ ਗਈ ਹੈ। ਇਸ ਗੱਲ ਤੋਂ ਸਾਬਿਤ ਹੁੰਦਾ ਹੈ ਕਿ ਇਹ ਪਿਰਾਮਿਡ ਮਕਬਰੇ ਤਾਂ ਨਹੀਂ ਹਨ। ਦੂਜੀ ਗੱਲ ਜੋ ਇਸ ਪਿਰਾਮਿਡ ਬਾਰੇ ਮੰਨੀ ਜਾਂਦੀ ਹੈ ਕਿ ਇਹ ਪਿਰਾਮਿਡ ਉਸ ਸਮੇਂ ਦੇ ਇਲੈਕਟ੍ਰਿਸਿਟੀ ਪਾਵਰ ਹਾਊਸ ਹਨ, ਪਰ ਇਸ ਗੱਲ ਦਾ ਵੀ ਅੱਜ ਤੱਕ ਕੋਈ ਪੱਕਾ ਸਬੂਤ ਨਹੀਂ ਮਿਲਿਆ ਹੈ। ਹਾਂ, ਇਸ ਪਿਰਾਮਿਡ ਵਿੱਚ ਇਹੋ ਜਿਹੀਆਂ ਆਕ੍ਰਿਤੀਆਂ ਮਿਲਦੀਆਂ ਨੇ ਜੋ ਅੱਜ ਦੇ ਬੱਲਬ ਵਾਂਗ ਜਾਂ ਇਲੈਕਟ੍ਰਿਸਿਟੀ ਆਬਜੈਕਟ ਵਾਂਗ ਦਿਖਾਈ ਦਿੰਦੀਆਂ ਨੇ, ਪਰ ਇਹ ਪਿਰਾਮਿਡ ਬਿਜਲੀ ਕਰਨੇ ਇਸ ਦਾ ਕੋਈ ਸਬੂਤ ਨਹੀਂ ਹੈ। ਸਭ ਤੋਂ ਜ਼ਿਆਦਾ ਇਹਨਾਂ ਦੋ ਪੁਆਇੰਟਸ ਤੇ ਹੀ ਚਰਚਾ ਕੀਤੀ ਜਾਂਦੀ ਹੈ, ਪਰ ਇਹ ਦੋਨੇ ਪੁਆਇੰਟ ਅੱਜ ਤੱਕ ਸਾਬਿਤ ਨਹੀਂ ਕੀਤੇ ਗਏ ਹਨ। ਸਾਡਾ ਦੂਜਾ ਸਵਾਲ ਹੈ ਕਿ ਇਹ ਪਿਰਾਮਿਡ ਕਿਵੇਂ ਬਣਾਏ ਗਏ ਸਨ? ਇਸ ਸਵਾਲ ਦਾ ਵੀ ਸਟੀਕ ਉੱਤਰ ਸਾਡੇ ਕੋਲ ਨਹੀਂ ਹੈ, ਪਰ ਇਸ ਦੀ ਇੱਕ ਪ੍ਰੋਸੈਸ ਹੈ ਤੇ ਕੁਝ ਚੈਲੰਜਸ। ਜ਼ਮੀਨ ਤੋਂ ਕਰੀਬ 480 ਫੀਟ ਉੱਚੇ ਅਤੇ ਲਗਭਗ 4500 ਸਾਲ ਪੁਰਾਣੇ ਇਹ ਪਿਰਾਮਿਡ ਆਪਣੇ ਆਪ ਵਿੱਚ ਬਹੁਤ ਸਾਰੇ ਰਾਜ਼ ਛੁਪਾਏ ਹੋਏ ਹਨ। ਮਿਸਰ ਯਾਨੀ ਇਜਿਪਟ ਵਿੱਚ ਕੁੱਲ 138 ਪਿਰਾਮਿਡ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਡਾ ਦੀ ਗ੍ਰੇਟ ਪਿਰਾਮਿਡ ਆਫ ਗੀਜ਼ਾ ਹੈ, ਜਿਸ ਦੇ ਬੇਸ ਦਾ ਏਰੀਆ 13 ਏਕੜ ਹੈ, ਯਾਨੀ ਇਸ ਪਿਰਾਮਿਡ ਵਿੱਚ 9 ਫੁੱਟਬਾਲ ਫੀਲਡ ਸਮਾਈ ਜਾ ਸਕਦੀ ਹੈ। ਇੱਕ ਐਸਟੀਮੇਟ ਦੇ ਮੁਤਾਬਿਕ ਇਸ ਪਿਰਾਮਿਡ ਵਿੱਚ 23 ਲੱਖ ਛੋਟੇ ਵੱਡੇ ਪੱਥਰਾਂ ਦਾ ਇਸਤੇਮਾਲ ਕੀਤਾ ਗਿਆ ਹੈ, ਜਿਨ੍ਹਾਂ ਦਾ ਵਜ਼ਨ 2 ਟਨ ਤੋਂ ਲੈ ਕੇ 50 ਟਨ ਤੱਕ ਹੈ। ਇਸ ਪਿਰਾਮਿਡ ਦਾ ਐਸਟੀਮੇਟਡ ਵਜ਼ਨ 60 ਲੱਖ ਟਨ ਹੈ, ਜੋ ਕਿ 12 ਬੁਰਜ ਖਲੀਫਾ ਦੇ ਬਰਾਬਰ ਹੈ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਆਖਿਰ ਕਿਵੇਂ ਬਿਨਾਂ ਕਰੇਨ, ਟਰੱਕ ਜਾਂ ਔਜ਼ਾਰ ਦੇ ਇਸ ਪਿਰਾਮਿਡ ਨੂੰ ਬਣਾਇਆ ਗਿਆ ਹੋਵੇਗਾ? ਕਿਵੇਂ ਇੰਨੇ ਵੱਡੇ ਵੱਡੇ ਪੱਥਰਾਂ ਨੂੰ ਵਰਗਾਕਾਰ ਸ਼ੇਪ ਵਿੱਚ ਕੱਟਿਆ ਹੋਵੇਗਾ? ਕਿਵੇਂ 50 ਟਨ ਦੇ ਪੱਥਰਾਂ ਨੂੰ 480 ਫੀਟ ਉੱਪਰ ਲਿਜਾਇਆ ਗਿਆ ਹੋਵੇਗਾ ਅਤੇ ਕਿਵੇਂ ਇੱਕ ਦੂਜੇ ਦੇ ਉੱਪਰ ਸੈੱਟ ਕੀਤਾ ਗਿਆ ਹੋਵੇਗਾ? ਚੈਲੰਜ ਨੰਬਰ 1। ਕਈ ਸਾਲਾਂ ਤੋਂ ਚੱਲ ਰਹੀ ਰਿਸਰਚ ਇਹ ਪਤਾ ਲਗਾਉਣ ਵਿੱਚ ਅਸਮਰਥ ਸੀ ਕਿ ਉਸ ਸਮੇਂ ਦੇ ਇੰਜੀਨੀਅਰਸ ਨੇ ਬਿਨਾਂ ਕਿਸੇ ਕੰਪਸ ਦੀ ਮਦਦ ਤੋਂ ਹਜ਼ਾਰਾਂ ਸਾਲ ਪਹਿਲਾਂ ਇਹਨਾਂ ਦਿਸ਼ਾਵਾਂ ਨੂੰ ਸੈੱਟ ਕੀਤਾ ਹੋਵੇਗਾ, ਕਿਉਂਕਿ ਪਿਰਾਮਿਡ ਦੀਆਂ ਦਿਸ਼ਾਵਾਂ ਬਿਲਕੁਲ ਸਹੀ ਤਰੀਕੇ ਨਾਲ ਉੱਤਰ, ਦੱਖਣ ਅਤੇ ਪੂਰਬ ਪੱਛਮ ਨਾਲ ਸੈੱਟ ਕੀਤੀਆਂ ਗਈਆਂ ਸਨ। ਕਈ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਉਸ ਸਮੇਂ ਦੇ ਆਰਕੀਟੈਕਟ ਨੇ ਸਭ ਤੋਂ ਪਹਿਲਾਂ ਇਹੋ ਜਿਹੀ ਜ਼ਮੀਨ ਦੀ ਤਲਾਸ਼ ਕੀਤੀ ਹੋਵੇਗੀ ਜੋ ਲੱਖਾਂ ਟਨ ਵਜ਼ਨ ਨੂੰ ਸਹਿ ਸਕੇ। ਉਸ ਤੋਂ ਬਾਅਦ ਪੋਲਰ ਸਟਾਰ, ਜਿਨ੍ਹਾਂ ਤੋਂ ਧਰਤੀ ਦੇ ਪੋਲਸ ਦਾ ਪਤਾ ਚੱਲਦਾ ਹੈ, ਦੀ ਮਦਦ ਨਾਲ ਮਾਰਕਿੰਗ ਕੀਤੀ ਹੋਵੇਗੀ। ਇੱਥੇ ਨਾ ਕੋਈ ਕੰਪਸ, ਨਾ ਕੋਈ ਆਪਟੀਕਲ ਇਨਸਟਰੂਮੈਂਟ ਸੀ। ਬਸ ਇਸ ਬੇਸਿਕ ਟੈਕਨੀਕ ਦੀ ਮਦਦ ਤੋਂ ਹੀ ਬਿਨਾਂ ਕਿਸੇ ਐਰਰ ਦੇ ਨਾਲ ਪਿਰਾਮਿਡ ਦੀਆਂ ਦਿਸ਼ਾਵਾਂ ਸੈੱਟ ਕੀਤੀਆਂ ਗਈਆਂ ਸਨ। ਚੈਲੰਜ ਨੰਬਰ 2। ਅਗਲਾ ਚੈਲੰਜ ਸੀ ਜ਼ਮੀਨ ਨੂੰ ਲੈਵਲ ਕਰਨ ਦਾ, ਕਿਉਂਕਿ 13 ਏਕੜ ਦੀ ਜ਼ਮੀਨ ਵਿੱਚ ਜੇ 1 ਇੰਚ ਦਾ ਵੀ ਫਰਕ ਹੁੰਦਾ ਤਾਂ 23 ਲੱਖ ਪੱਥਰਾਂ ਦਾ ਟਿਕੇ ਰਹਿਣਾ ਨਾਮੁਮਕਿਨ ਸੀ।
ਉਸ ਸਮੇਂ ਦੇ ਇੰਜੀਨੀਅਰ ਕੋਲ ਨਾ ਤਾਂ ਲੇਜ਼ਰ ਲੈਵਲਰ ਸੀ ਤੇ ਨਾ ਹੀ ਬਬਲ ਲੈਵਲ। ਖੋਜਕਰਤਾਵਾਂ ਦਾ ਮੰਨਣਾ ਸੀ ਕਿ ਕੰਸਟਰਕਸ਼ਨ ਸਾਈਟ ਦੇ ਚਾਰੇ ਪਾਸੇ ਨੀਹਾਂ ਪੁੱਟ ਕੇ ਉਸ ਵਿੱਚ ਪਾਣੀ ਭਰਿਆ ਹੋਵੇਗਾ, ਫਿਰ ਇੱਕ ਸਾਈਡ ਦੇ ਪਾਣੀ ਦੇ ਲੈਵਲ ਨੂੰ ਦੂਜੇ ਸਾਈਡ ਦੇ ਪਾਣੀ ਦੇ ਲੈਵਲ ਨਾਲ ਮੈਚ ਕੀਤਾ ਹੋਵੇਗਾ। ਹੁਣ ਇੱਥੇ ਚੈਲੰਜ ਇਹ ਸੀ ਕਿ ਪੱਥਰਾਂ ਨੂੰ ਕੱਟਣ ਲਈ ਨਾ ਤਾਂ ਇਹਨਾਂ ਕੋਲ ਗ੍ਰਾਈਂਡਰ ਸੀ ਤੇ ਨਾ ਹੀ ਜੈਕ ਹੈਮਰ, ਪਰ ਫਿਰ ਵੀ ਉਹਨਾਂ ਨੇ ਪੱਥਰਾਂ ਨੂੰ ਵਰਗਾਕਾਰ ਸ਼ੇਪ ਦਿੱਤੀ। ਹੁਣ ਇੱਥੇ ਸਵਾਲ ਉੱਠਦਾ ਹੈ ਕਿ ਕਿਸ ਔਜ਼ਾਰ ਨਾਲ? ਛੈਣੀ। ਹਾਂਜੀ, ਇਹੀ ਇਕਲੌਤਾ ਇੱਕ ਔਜ਼ਾਰ ਸੀ ਜਿਸ ਦੀ ਮਦਦ ਨਾਲ ਪੱਥਰਾਂ ਨੂੰ ਸ਼ੇਪ ਦਿੱਤੀ ਗਈ। ਚੈਲੰਜ ਨੰਬਰ 3, ਪਿਰਾਮਿਡ ਬਣਾਉਣ ਲਈ ਜਗ੍ਹਾ ਵੀ ਸੈੱਟ ਸੀ, ਮਾਰਕਿੰਗ ਵੀ ਕਰ ਲਈ ਗਈ ਸੀ ਤੇ ਜ਼ਮੀਨ ਦਾ ਲੈਵਲ ਵੀ ਸੈੱਟ ਕਰ ਲਿਆ ਸੀ। ਹੁਣ ਬਾਰੀ ਸੀ ਕੰਸਟਰਕਸ਼ਨ ਸਟਾਰਟ ਕਰਨ ਦੀ, ਜਿਸ ਦੇ ਲਈ ਚਾਹੀਦੇ ਸਨ 50 ਟਨ ਤੱਕ ਦੇ ਲੱਖਾਂ ਦੀ ਗਿਣਤੀ ਵਿੱਚ ਪੱਥਰ। ਚੈਲੰਜ ਨੰਬਰ 4, ਜੋ ਪੱਥਰ ਇਸ ਪਿਰਾਮਿਡ ਵਿੱਚ ਇਸਤੇਮਾਲ ਕੀਤੇ ਗਏ ਹਨ ਉਹਨਾਂ ਨੂੰ ਲਾਈਮਸਟੋਨ ਕਿਹਾ ਜਾਂਦਾ ਹੈ। ਇਹਨਾਂ ਪੱਥਰਾਂ ਦੀ ਕਟਾਈ ਪਿਰਾਮਿਡ ਕੰਸਟਰਕਸ਼ਨ ਸਾਈਟ ਤੋਂ 250 ਕਿਲੋਮੀਟਰ ਦੂਰ ਟੌਰਾ ਸ਼ਹਿਰ ਵਿੱਚ ਕੀਤੀ ਜਾ ਰਹੀ ਸੀ। ਹੁਣ ਇੱਥੇ ਚੈਲੰਜ ਇਹ ਹੈ ਕਿ ਇੰਨੇ ਭਾਰੀ ਪੱਥਰਾਂ ਨੂੰ 250 ਕਿਲੋਮੀਟਰ ਦੂਰ ਤੋਂ ਟਰਾਂਸਫਰ ਕਿਵੇਂ ਕੀਤਾ ਗਿਆ ਹੋਵੇਗਾ, ਕਿਉਂਕਿ ਨਾ ਹੀ ਉਸ ਜ਼ਮਾਨੇ ਵਿੱਚ ਕੋਈ ਟਰੱਕ ਸੀ ਤੇ ਨਾ ਹੀ ਇੰਨੇ ਭਾਰੀ ਪੱਥਰਾਂ ਨੂੰ ਕੋਈ ਜਾਨਵਰ ਖਿੱਚ ਸਕਦਾ ਸੀ। ਅੱਜ ਦੇ ਸਮੇਂ ਵਿੱਚ ਵੀ ਜੇ ਕਿਸੇ ਭਾਰੀ ਪੱਥਰ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਟਰਾਂਸਫਰ ਕੀਤਾ ਜਾਵੇ ਤਾਂ ਟਰਾਂਸਫਰ ਕੰਪਨੀ ਨੂੰ ਕਾਫੀ ਮੋਟੀ ਰਕਮ ਦੇਣੀ ਪੈਂਦੀ ਹੈ। ਇਸ ਪ੍ਰੋਸੈਸ ਵਿੱਚ ਕਾਫੀ ਸਮਾਂ ਵੀ ਲੱਗਦਾ ਹੈ। ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਸ ਪ੍ਰੋਸੈਸ ਨੂੰ ਪੂਰਾ ਕਰਨ ਲਈ ਕਸ਼ਤੀਆਂ ਦਾ ਸਹਾਰਾ ਲਿਆ ਗਿਆ ਸੀ। ਗੀਜ਼ਾ ਅਤੇ ਟੋਰਾ ਵਿਚਕਾਰ ਵਗਦੀ ਨਦੀ ਦਾ ਇਸਤੇਮਾਲ ਕਰਕੇ ਇਹਨਾਂ ਪੱਥਰਾਂ ਨੂੰ ਟਰਾਂਸਫਰ ਕੀਤਾ ਗਿਆ ਹੋਵੇਗਾ। ਵੱਡੀਆਂ ਕਸ਼ਤੀਆਂ ਵਿੱਚ ਇਹਨਾਂ ਪੱਥਰਾਂ ਨੂੰ ਲੋਡ ਕਰਕੇ ਗੀਜ਼ਾ ਤੱਕ ਲਿਆਇਆ ਗਿਆ ਹੋਵੇਗਾ। ਇਹਨਾਂ ਪੱਥਰਾਂ ਨੂੰ ਕਸ਼ਤੀਆਂ ਵਿੱਚ ਲੋਡ ਅਤੇ ਅਨਲੋਡ ਕਰਨਾ ਕੋਈ ਮਾਮੂਲੀ ਗੱਲ ਨਹੀਂ ਸੀ। ਇੱਕ ਰਿਪੋਰਟ ਦੇ ਮੁਤਾਬਿਕ ਇਹਨਾਂ ਪੱਥਰਾਂ ਨੂੰ ਟਰਾਂਸਫਰ ਕਰਨ ਲਈ 500 ਤੋਂ ਵੀ ਜ਼ਿਆਦਾ ਮਜ਼ਦੂਰਾਂ ਨੂੰ ਇੱਕ ਹੀ ਸਮੇਂ ਵਿੱਚ ਕੰਮ ਕਰਨਾ ਪੈਂਦਾ ਸੀ। ਚੈਲੰਜ ਨੰਬਰ 5, ਜੋ ਰਿਸਰਚ ਟੀਮ ਪਿਰਾਮਿਡ ਦੇ ਕੰਸਟਰਕਸ਼ਨ ਤੇ ਰਿਸਰਚ ਕਰ ਰਹੀ ਸੀ ਉਹਨਾਂ ਸਾਹਮਣੇ ਇੱਕ ਹੋਰ ਸਵਾਲ ਸੀ ਕਿ 480 ਫੀਟ ਦੀ ਉਚਾਈ ਤੱਕ ਇੰਨੇ ਭਾਰੀ ਪੱਥਰਾਂ ਨੂੰ ਕਿਵੇਂ ਪਹੁੰਚਾਇਆ ਗਿਆ ਹੋਵੇਗਾ, ਕਿਉਂਕਿ ਅੱਜ ਦੇ ਸਮੇਂ ਵਿੱਚ ਵੀ 50 ਟਨ ਦੇ ਪੱਥਰ ਨੂੰ 480 ਫੀਟ ਦੀ ਉਚਾਈ ਤੱਕ ਪਹੁੰਚਾਉਣਾ ਅਸੰਭਵ ਹੈ। ਰਿਸਰਚ ਟੀਮ ਨੇ ਇਹ ਅੰਦਾਜ਼ਾ ਲਗਾਇਆ ਹੈ ਕਿ ਪੱਥਰਾਂ ਨੂੰ ਇੱਕ ਦੂਜੇ ਉੱਪਰ ਸੈੱਟ ਕਰਨ ਦੀ ਪ੍ਰਕਿਰਿਆ ਨੂੰ ਪਹਿਲਾਂ ਹੀ ਸੋਚ ਲਿਆ ਹੋਵੇਗਾ। ਇਹ ਪ੍ਰਕਿਰਿਆ ਜਾਂ ਤਾਂ ਸਪਾਈਰਲ ਟਰੈਕ ਜਾਂ ਜਿਗਜੈਗ ਟਰੈਕ ਰਾਹੀਂ ਪੂਰੀ ਕੀਤੀ ਹੋਵੇਗੀ। ਇਸ ਵਿੱਚ ਇੱਕ ਸਵਾਲ ਅੱਜ ਤੱਕ ਨਹੀਂ ਖੋਜਿਆ ਜਾ ਸਕਿਆ ਹੈ ਕਿ ਇੰਨੇ ਭਾਰੀ ਪੱਥਰਾਂ ਨੂੰ ਕਿਸ ਚੀਜ਼ ਦੁਆਰਾ ਉੱਪਰ ਖਿੱਚਿਆ ਹੋਵੇਗਾ, ਕਿਉਂਕਿ ਮਜ਼ਦੂਰਾਂ ਦੁਆਰਾ ਇਹ ਕੰਮ ਕਰਨਾ ਅਸੰਭਵ ਹੈ। ਚੈਲੰਜ ਨੰਬਰ 6, ਪੱਥਰਾਂ ਨੂੰ ਇੰਨੀ ਦੂਰ ਤੋਂ ਲਿਆ ਕੇ ਤਰਾਸ਼ ਕੇ ਇੰਨੀ ਸਫਾਈ ਨਾਲ ਇੱਕ ਦੂਜੇ ਉੱਪਰ ਸੈੱਟ ਕਰਨ ਤੱਕ ਗੱਲ ਸੀਮਿਤ ਨਹੀਂ ਰਹਿ ਜਾਂਦੀ, ਕਿਉਂਕਿ ਇਸ ਪਿਰਾਮਿਡ ਵਿੱਚ ਚੈਂਬਰ ਵੀ ਪਾਏ ਗਏ ਨੇ ਤੇ ਇਹਨਾਂ ਵਿੱਚ ਜਾਣ ਲਈ ਰਸਤੇ ਵੀ, ਕਈ ਛੋਟੀਆਂ ਸੁਰੰਗਾਂ ਵੀ ਮਿਲਦੀਆਂ ਨੇ। ਹੁਣ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜੋ ਇਹਨਾਂ ਚੈਂਬਰਾਂ ਵਿੱਚ ਪੱਥਰ ਪਾਇਆ ਗਿਆ ਹੈ ਉਹ ਲਾਈਮਸਟੋਨ ਨਹੀਂ ਬਲਕਿ ਗ੍ਰੇਨਾਈਟ ਹੈ। ਗ੍ਰੇਨਾਈਟ ਡਾਇਮੰਡ ਤੋਂ ਬਾਅਦ ਦੁਨੀਆ ਦਾ ਸਭ ਤੋਂ ਸਖਤ ਪੱਥਰ ਹੈ। ਅੱਜ ਕੱਲ੍ਹ ਦੇ ਐਡਵਾਂਸ ਟੈਕਨੋਲੋਜੀ ਦੇ ਜ਼ਮਾਨੇ ਵਿੱਚ ਵੀ ਗ੍ਰੇਨਾਈਟ ਨੂੰ ਵੱਡੇ ਗ੍ਰਾਈਂਡਰ ਦੀ ਮਦਦ ਤੋਂ ਬਿਨਾਂ ਕੱਟਿਆ ਹੀ ਨਹੀਂ ਜਾ ਸਕਦਾ। ਫਿਰ ਕਿਵੇਂ ਇਜਿਪਟ ਵਾਸੀਆਂ ਨੇ ਉਸ ਸਮੇਂ ਵਿੱਚ ਗ੍ਰੇਨਾਈਟ ਨੂੰ ਇੰਨੀ ਸਫਾਈ ਨਾਲ ਕੱਟਿਆ ਹੋਵੇਗਾ? ਕੁਝ ਸਾਲਾਂ ਦੀ ਰਿਸਰਚ ਤੋਂ ਬਾਅਦ ਇਹ ਨਤੀਜਾ ਕੱਢਿਆ ਗਿਆ ਸੀ ਕਿ ਇਸ ਪੱਥਰ ਨੂੰ ਲੱਕੜੀ ਦੀ ਆਰੀ ਤੋਂ ਕੱਟਿਆ ਗਿਆ ਸੀ। ਇਸ ਆਰੀ ਦੀ ਖਾਸ ਗੱਲ ਇਹ ਸੀ ਕਿ ਇਸ ਦੇ ਦੰਦ ਹੀ ਨਹੀਂ ਬਣਾਏ ਗਏ ਸਨ। ਇਸ ਆਰੀ ਦੇ ਦੋਨਾਂ ਪਾਸੇ ਭਾਰ ਬੰਨ੍ਹ ਕੇ ਪੱਥਰ ਤੇ ਰਗੜਿਆ ਗਿਆ ਸੀ, ਜਿਸ ਦੇ ਵਿੱਚ ਬਾਰੀਕ ਬਜਰੀ ਅਤੇ ਰੇਤ ਦਾ ਇਸਤੇਮਾਲ ਕੀਤਾ ਗਿਆ ਸੀ। ਇਹਨਾਂ 6 ਚੁਣੌਤੀਆਂ ਨੂੰ ਪੂਰਾ ਕਰਕੇ ਪਿਰਾਮਿਡ ਦਾ ਆਖਿਰ ਵਿੱਚ ਨਿਰਮਾਣ ਕੀਤਾ ਗਿਆ ਸੀ। ਅੱਜ ਦੇ ਸਮੇਂ ਵਿੱਚ ਦੀ ਗ੍ਰੇਟ ਪਿਰਾਮਿਡ ਆਫ ਗੀਜ਼ਾ ਨੂੰ ਦੇਖਣ ਲਈ ਦੁਨੀਆ ਭਰ ਦੇ ਲੋਕ ਜਾਂਦੇ ਨੇ, ਪਰ ਕੋਈ ਰਿਸਰਚਰ ਨਹੀਂ, ਕਿਉਂਕਿ ਇਜਿਪਟ ਸਰਕਾਰ ਨੇ ਪਿਰਾਮਿਡ ਤੇ ਕਿਸੇ ਵੀ ਤਰੀਕੇ ਦੀ ਰਿਸਰਚ ਕਰਨ ਤੇ ਬੈਨ ਲਗਾ ਦਿੱਤਾ ਹੈ। ਇਹ ਬੈਨ ਸਰਕਾਰ ਨੇ ਇਸ ਲਈ ਲਗਾਇਆ ਹੈ ਕਿਉਂਕਿ ਸਰਕਾਰ ਦਾ ਮੰਨਣਾ ਹੈ ਕਿ ਜੇ ਦੁਨੀਆ ਨੂੰ ਪਤਾ ਚੱਲ ਗਿਆ ਕਿ ਆਖਿਰ ਇਹ ਪਿਰਾਮਿਡ ਕੀ ਚੀਜ਼ ਨੇ ਅਤੇ ਇਹ ਕਿਵੇਂ ਤੇ ਕਿਉਂ ਬਣਾਏ ਗਏ ਹਨ ਤਾਂ ਇਸ ਵਿੱਚ ਦੁਨੀਆ ਦੀ ਦਿਲਚਸਪੀ ਖਤਮ ਹੋ ਜਾਵੇਗੀ। ਸਾਡਾ ਆਖਰੀ ਸਵਾਲ, ਕੀ ਅੱਜ ਦੇ ਜ਼ਮਾਨੇ ਵਿੱਚ ਇਹੋ ਜਿਹਾ ਪਿਰਾਮਿਡ ਬਣਾਇਆ ਜਾ ਸਕਦਾ ਹੈ? ਤਾਂ ਇਸ ਦਾ ਜਵਾਬ ਹੈ ਨਹੀਂ। ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ।